हाँ जी, की हाल चाल है साਰਿਆਂ ਦਾ ठीक ठाक हो। होप के सारे राजी खुशी होंगे। ਨੈਕਸਟ ਲੈਕਚਰ ਸ਼ੁਰੂ ਕਰਦੇ ਹਾਂ। ਉਸ ਤੋਂ ਪਹਿਲਾਂ ਕੁਝ ਕੁ ਡਾਊਟ ਨੇਗੇ ਪਿਛਲੇ ਲੈਕਚਰਸ ਦੇ, ਉਹਨਾਂ ਨੂੰ ਥੋੜ੍ਹਾ ਜਿਹਾ ਕਲੀਅਰ ਕਰਦਾ ਤੁਹਾਡੇ। ਉਹਦੇ ਵਿੱਚ ਕੀ ਹੈਗਾ, ਕੁਝ ਕੁ ਬੱਚਿਆਂ ਦੇ ਹੈਗੇ ਨੇ ਡਾਊਟ, ਨੇਮਿੰਗ ਦੇ ਵਿੱਚ ਡਾਊਟ ਆ ਰਿਹਾ। ਨੇਮਿੰਗ ਦੇ ਵਿੱਚ ਡਾਊਟ ਦਾ ਕਾਰਨ ਪਤਾ ਕੀ ਹੈ, ਮੇਨ ਇੱਕ ਦੋ ਜਿਹੜੇ ਇਹਦੇ 'ਚ ਮੈਂ ਲੀਗੈਂਟ ਪਾਏ ਨੇ ਉਹ ਥੋੜ੍ਹੇ ਡਿਫਰੈਂਟ ਪਾਏ ਨੇਗੇ। ਕਈ ਵਾਰ ਰੇਅਰ ਚਾਂਸ ਹੈ ਆ ਜਾਂਦਾ ਹੈ, ਰੇਅਰ ਕੇਸ ਦੇ ਵਿੱਚ ਇਹ ਆ ਜਾਂਦੇ ਨੇਗੇ। ਇਹਦੇ 'ਚ ਲੀਗੈਂਟ ਜਿਹੜੇ ਮੈਂ ਆ ਤਾਂ ਆਕਜ਼ਾਲਿਕ ਐਸਿਡ ਦਾ ਆਕਜ਼ੇਲੇਟ ਆਇਨ ਹੈ, ਇਹ ਤਾਂ ਪਤਾ ਹੋਏਗਾ ਤੁਹਾਨੂੰ, ਉਹ ਇੱਕ ਵਾਲਟ ਹੈ। ਇਹਦੀ ਜੇ ਗੱਲ ਕਰਦੇ ਹਾਂ ਆਪਾਂ ਥਰਡ ਦੇ ਜਿਹੜੀ 6 ਦਿੱਤੇ ਸੀ ਤੁਹਾਨੂੰ, ਉਹਨਾਂ ਦੇ ਵਿੱਚ ਨਏ ਲੀਗੈਂਟ ਜਿਹੜੇ, ਇੱਕ ਆਹ ਵਾਲਾ ਲੀਗੈਂਟ ਹੈ C5H5N, ਇਹਨੂੰ ਪਿਰੀਡੀਨ ਕਹਿੰਦੇ ਆ। ਬੈਂਜੀਨ ਰਿੰਗ ਜਿਹੜੀ ਹੁੰਦੀ ਹੈ C6H6 ਹੁੰਦੀ ਹੈ, ਇੱਕ C ਨੂੰ ਹਟਾ ਕੇ N ਲਾਇਆ ਜਾਂਦਾ, ਉਹ ਪਿਰੀਡੀਨ ਬਣ ਜਾਂਦੀ ਹੈ। ਹੋਰ ਕੋਈ ਫਰਕ ਨਹੀਂ ਪੈਂਦਾ, ਪਿਰੀਡੀਨ ਹੁੰਦਾ ਇਹਦਾ ਨਾਮ, ਫਾਰਮੂਲਾ ਉੱਦਾਂ ਹੀ ਸਟਰਕਚਰ ਹੁੰਦੀ ਹੈ। ਇੱਕ C ਨੂੰ ਹਟਾ ਕੇ H ਲਗਾ ਦਿਓ, ਉਹੀ ਡਬਲ ਸਿੰਗਲ ਬੌਂਡ ਚੱਲਦਾ, ਪਿਰੀਡੀਨ ਹੋ ਗਈ। ਅਗਰ ਮੈਂ ਗੱਲ ਕਰਾਂ NH2CH3 ਦੀ, ਇਹ ਮਿਥਾਈਲ ਅਮਾਈਨ ਹੈ, ਮਿਥਾਈਲ ਅਮਾਈਨ। CN ਸਾਈਨਾਈਡ ਹੈ, ਅਤੇ ਬਾਕੀ ਅਮੋਨੀਆ ਤਾਂ ਤੁਹਾਨੂੰ ਅਮਾਈਨ ਆਪਾਂ ਲਿਖਦੇ ਹਾਂ। ਆਹ ਜਿਹੜੇ ਹੈਗੇ ਨੇ, ਇੱਕ ਤਾਂ ਪਿਰੀਡੀਨ ਹੋ ਗਿਆ, ਆਕਜ਼ਲੇਟ ਆਇਨ ਹੋ ਗਿਆ, ਕਾਰਬੋਨਾਈਲ ਗਰੁੱਪ ਹੋ ਗਿਆ, ਅਤੇ ਜਿਹੜਾ ਆਪਣਾ ਮਿਥਾਈਲ ਅਮਾਈਨ ਹੈ। ਇਹ ਕੁਛ ਕੁ ਨਵੇਂ ਆਏ ਸੀ। ਇਹਨਾਂ ਦੀ ਨੇਮਿੰਗ ਦੀ ਜਦੋਂ ਆਪਾਂ ਗੱਲ ਕਰਾਂਗੇ, ਆਕਸੀਡੇਸ਼ਨ ਸਟੇਟ 'ਤੇ ਨੇਮਿੰਗ, ਜਿਵੇਂ ਮੈਂ ਐਗਜ਼ਾਮਪਲ ਲੈ ਕੇ ਦੱਸ ਦਿੰਦਾ, ਕੋਈ ਵੀ ਐਗਜ਼ਾਮਪਲ ਲੈ ਲਓ। ਲੈਟ ਆਪਾਂ ਗੱਲ ਕਰਦੇ ਹਾਂ, ਥਰਡ ਦੀ ਗੱਲ ਕਰ ਲੈਣਾ ਮੈਂ, ਨਵੇਂ ਜੋ ਨਾਮ ਆਏ ਥਰਡ ਦੇ ਵਿੱਚ। ਪਹਿਲਾਂ ਆਪਾਂ ਸਿੰਪਲ ਇੱਕ ਜਨਰਲ ਗੱਲ ਕਰਦੇ ਹਾਂ, ਕੀ ਹੈ ਪਲੈਟੀਨਮ, ਆ ਕੀ ਹੈ ਬਰੋਮੀਨ ਹੈ, ਕਲੋਰੀਨ ਹੈ, ਅਮਾਈਨ ਹੈ, ਪਿਰੀਡੀਨ ਹੈ। ਅਲਫਾਬੈਟ ਦੇ ਅਕੋਰਡਿੰਗ ਪਹਿਲਾਂ ਕੀ ਆਊਗਾ, ਅਮਾਈਨ, ਬਰੋਮੋ ਜਾਂ ਬਰੋਮਿਡੋ, ਕਲੋਰੀਡੋ, ਪਿਰੀਡੀਨ। ਉਸ ਤੋਂ ਬਾਅਦ ਕੀ ਆ ਜਾਏਗਾ ਜੀ, ਪਲੈਟੀਨਮ ਜਾਂ ਪਲੈਟੀਨੇਟ। ਨੈਕਸਟ ਫਿਰ ਇਹਦੀ ਕੀ ਆ ਜਾਏਗੀ, ਆਕਸੀਡੇਸ਼ਨ ਸਟੇਟ। ਆ ਵੀ ਨਿਊਟਰਲ ਹੈ, ਆ ਵੀ ਨਿਊਟਰਲ ਹੈ। ਕੌਣ ਰਹਿ ਗਏ, ਦੋ ਨੈਗੇਟਿਵ, ਮਤਲਬ ਜਾ ਕੇ ਕੀ ਹੋ ਜਾਣਗੇ, ਪੋਜ਼ੀਟਿਵ। ਮਤਲਬ 2 ਇਹਦੀ ਆਕਸੀਡੇਸ਼ਨ ਸਟੇਟ ਹੈਗੀ, ਰੋਮਨ 'ਚ 2 ਲਿਖ ਦਾਂਗੇ, ਠੀਕ ਹੈ ਜੀ। ਉਸ ਤੋਂ ਬਾਅਦ ਮੈਂ ਗੱਲ ਕਰਦਾ ਫੋਰਥ ਦੀ। ਫੋਰਥ ਦੇ ਵਿੱਚ ਕੀ ਆ ਜਾਊਗਾ, ਇਹ ਕੀ ਹੈ ਕਲੋਰੀਡੋ, ਇਹ ਕੀ ਹੈ ਮਿਥਾਈਲ ਅਮਾਈਨ, ਇਹ ਕੀ ਹੈ ਅਮਾਈਨ। ਤਾਂ ਕੀ ਉਹ ਪਹਿਲਾਂ ਡਾਈ ਅਮਾਈਨ, ਫਿਰ ਕਲੋਰੀਡੋ, ਫਿਰ ਮਿਥਾਈਲ ਅਮਾਈਨ, ਫਿਰ ਪਲੈਟੀਨਮ, ਫਿਰ ਆਕਸੀਡੇਸ਼ਨ ਸਟੇਟ। ਉਸ ਤੋਂ ਬਾਅਦ ਵਿੱਚ ਆਪਾਂ ਕਲੋਰਾਈਡ ਲਿਖਾਂਗੇ। ਉਹਨੂੰ ਲਿਖ ਕੇ ਦਿਖਾ ਦਿੰਦਾ ਮੈਂ, ਫੋਰਥ ਵਨ ਦਾ ਨੇਮਿੰਗ ਕਿਵੇਂ ਕਰਾਂਗੇ ਆਪਾਂ। ਡਾਈ ਅਮਾਈਨ ਹੋ ਗਿਆ, ਕਲੋਰੀਡੋ, ਠੀਕ ਹੈ, ਮਿਥਾਈਲ ਅਮਾਈਨ, ਕੋਈ ਸਪੇਸ ਨਹੀਂ ਹੈ, ਫਿਰ ਪਲੈਟੀਨਮ ਜਾਂ ਪਲੈਟੀਨੇਟ ਜੋ ਮਰਜ਼ੀ ਲਓ, ਫਿਰ ਆਕਸੀਡੇਸ਼ਨ ਸਟੇਟ। ਉਸ ਤੋਂ ਬਾਅਦ ਸਪੇਸ ਛੱਡ ਕੇ ਦੇ ਨਾਲ ਕਲੋਰਾਈਡ, ਇਹ ਕਲੋਰਾਈਡ ਹੀ ਹੋਏਗਾ, ਨੇਮਿੰਗ 'ਚ ਨਹੀਂ ਆਏਗਾ ਕਿਉਂਕਿ ਲੀਗੈਂਟ ਨਹੀਂ ਹੈਗਾ ਇਹ। ਪ੍ਰਾਇਮਰੀ ਆਇਓਨਾਈਜੇਸ਼ਨ ਐਨਰਜੀ, ਪ੍ਰਾਇਮਰੀ ਜਿਹੜੀ ਹੈਗੀ ਹੈ ਬੈਲੈਂਸੀ ਜਿਹੜੀ ਆਇਓਨਾਈਜ਼ੇਬਲ ਹੈ ਨਾ। ਤਾਂ ਆਕਸੀਡੇਸ਼ਨ ਸਟੇਟ ਦੀ ਜਦੋਂ ਗੱਲ ਕਰਾਂਗੇ, ਕਿਵੇਂ ਫਾਈਂਡ ਕਰਾਂਗੇ ਦੀ, ਪਲੈਟੀਨਮ ਦੀ X ਲੈ ਲਈ, ਕਲੋਰੀਨ ਦੀ -1, ਅਮਾਈਨ ਨਿਊਟਰਲ +0 ਕਰਤਾ, ਇਹ ਵੀ ਨਿਊਟਰਲ +0 ਕਰਤਾ, ਬਾਹਰ ਵਾਲੇ ਕਲੋਰੀਨ ਦੀ ਇਹਦੀ -1 ਇਕੁਅਲ ਟੂ ਕੀ ਹੋ ਗਿਆ 0, ਅਤੇ ਦੋਨੇ -1 ਉੱਧਰ ਜਾ ਕੇ 2 ਬਣ ਗਈ, ਤਾਂ ਇਹਦੀ ਆਕਸੀਡੇਸ਼ਨ ਸਟੇਟ ਵੀ 2 ਆਏਗੀ। ਮੈਂ ਗੱਲ ਕਰਦਾ ਇਹਦੀ 6th ਵਨ ਦੀ। 6th ਵਨ ਦੇ ਵਿੱਚ ਫਿਰ ਉਹੀ ਪਲੈਟੀਨਮ ਹੈ, ਕਲੋਰੋ ਹੈ, ਨਾਈਟਰੋ ਹੈ, ਅਤੇ ਅਮਾਈਨ ਹੈ, ਆ ਕੀ ਹੈ ਸਲਫੇਟ ਹੈ। ਕੀ ਲਿਖੂੰਗਾ ਮੈਂ, ਬੋਲ ਕੇ ਦੱਸ ਦਿੰਦਾ, ਟੈਟਰਾ ਅਮਾਈਨ, ਕਲੋਰੀਡੋ, ਨਾਈਟਰੋ N, ਠੀਕ ਹੈ, ਨਾਲ ਪਲੈਟੀਨਮ, ਬਿਲਕੁਲ ਨਾਲ ਹੀ ਆਕਸੀਡੇਸ਼ਨ ਸਟੇਟ ਹੋ ਜੂ ਜਿਵੇਂ ਆ ਕੀਤੀ ਹੈ। ਬਾਅਦ ਵਿੱਚ ਕੀ ਆ ਜਾਊਗਾ, ਸਲਫੇਟ ਆ ਜਾਊਗਾ। ਆਕਸੀਡੇਸ਼ਨ ਸਟੇਟ ਦੀ ਗੱਲ ਕਰਦਾ, ਫਿਰ ਇਹਦੀ X ਲੈ ਲਓ, ਕਲੋਰੀਨ ਦੀ -1, ਨਾਈਟਰੋ ਨਿਊਟਰਲ ਹੋ ਗਿਆ, ਜਾਂ ਤਾਂ ਨਿਊਟਰਲ ਆਏਗਾ ਜਾਂ ਨੈਗੇਟਿਵ ਆਕਸੀਡੇਸ਼ਨ ਸਟੇਟ ਵਾਲੇ ਆਣਗੇ। ਇਹ ਨਿਊਟਰਲ ਹੋ ਗਿਆ, ਨਹੀਂ ਨਾਈਟਰੋ ਦੀ -1, ਕਲੋਰੀਨ ਦੀ -1, ਨਾਈਟਰੋ ਦੀ -1, ਅਮੋਨੀਆ ਦੀ 0, ਉਸ ਤੋਂ ਬਾਅਦ ਸਲਫੇਟ ਦੀ -2 ਹੁੰਦੀ, ਇੱਧਰ ਹੀ ਲਿਖ ਲਓ, = 0। ਸਾਰੇ ਦੀ ਆਕਸੀਡੇਸ਼ਨ ਸਟੇਟ
यूज़ करके इज इक्वल टू 0। -1 -1 -2 किन्ने हो गए कुल 4 हो गए, उधर जाके 4 बन गई पॉजिटिव, तो यदि ऑक्सीडेशन स्टेट रोमन दे विच 4 लिख ਦਾਂਗੇ। आ चीज़ है जी, दसो ये की मुश्किल आ। होप के तुहानू सारिਆਂ ਨੂੰ समझ आ गया होगा। कुछ क नए ਜਿਹੜੇ ऑर्गेनिक ਦੇ ਲੀਗੈਂਟ ਪਾਤੇ ਸੀ ਮੈਂ, ਪਿਰੀਡੀਨ ਹੋ ਗਿਆ, ਜਿਵੇਂ ਮਿਥਾਈਲਮਾਈਨ ਹੋ ਗਿਆ, ਹੋ ਸਕਦਾ ਇੱਥੇ ਇਥਾਈਲਮਾਈਨ ਵੀ ਆ ਜਾਏ ਤੁਹਾਨੂੰ ਕਦੇ, ਹੈ ਸਾਰੇ ਕੀ ਨੇ ऑर्गेनिक ਲੀਗੈਂਟ ਹੋ ਜਾਂਦੇ ਨੇ। ਠੀਕ ਹੈ ਜੀ, ਚਲੋ ਨੈਕਸਟ ਲੈਕਚਰ ਸ਼ੁਰੂ ਕਰਦੇ ਹਾਂ ਆਪਾਂ। ਮੈਂ ਤੁਹਾਨੂੰ ਜਿਓਮੈਟ੍ਰੀਕਲ ਆਈਸੋਮਰ ਬਾਰੇ ਦੱਸ ਰਿਹਾ ਸੀ। ਜਿਓਮੈਟ੍ਰੀਕਲ ਆਈਸੋਮਰ 4 ਵਾਲੇ ਤੇ 6 ਵਾਲੇ ਦੀ ਆਪਾਂ ਸਟੱਡੀ ਕਰ ਰਹੇ ਸੀ। 4 ਵਾਲੇ ਦੇ ਵਿੱਚ ਹੋਪ ਕੇ ਤੁਹਾਨੂੰ ਸਮਝ ਆ ਗਏ ਹੋਣਗੇ, ਆਹ ਵਾਲੇ ਸੀ ਤੁਹਾਨੂੰ ਦੱਸਦੇ, ਔਰ ਆਹ ਵਾਲੇ ਆਇਡੈਂਟੀਕਲ ਹੋਣ ਦੀ ਵਜ੍ਹਾ ਦੇ ਨਾਲ ਨਹੀਂ ਹੋਣਗੇ। ਹੁਣ ਮੈਂ ਤੁਹਾਨੂੰ ਇੱਕ ਹੋਰ ਵੀ ਕਰਵਾਇਆ ਹੋਇਆ ਕਿ ਲੀਗੈਂਡ ਜਿਹੜੇ ਹੁੰਦੇ ਨੇ ਉਹ ਪੋਲੀਡੈਂਟਡ ਵੀ ਹੁੰਦੇ ਨੇ, ਮਤਲਬ ਬਾਈਡੈਂਟਡ, ਟਰਾਈ, ਟੈਟਰਾ, ਪੈਂਟਾ, ਹੈਕਸਾ। ਤੁਹਾਡੇ ਸਿਲੇਬਸ ਦੇ ਵਿੱਚ ਬਾਈਡੈਂਟਡ ਤੱਕ ਜਿਹੜੀ ਹੈਗੀ ਹੈ ਜਿਓਮੈਟ੍ਰੀਕਲ ਆਈਸੋਮਰ ਦੀ ਸਟੱਡੀ ਚੱਲਦੀ ਆ। ਤਾਂ ਬਾਈਡੈਂਟਡ ਦੇ ਕੇਸ ਦੇ ਵਿੱਚ ਵੀ ਇੱਕ ਐਗਜ਼ਾਮਪਲ ਲੈ ਕੇ ਦੇ ਦੇਣਾ, ਜਿਵੇਂ ਆਹ ਵਾਲਾ ਹੈ MAB2 4 ਵਾਲੇ 'ਚ ਬਾਈਡੈਂਟਡ ਵਾਲਾ ਜਿਹੜਾ ਜਿਓਮੈਟ੍ਰੀਕਲ ਆਈਸੋਮਰ ਕਿਵੇਂ ਬਣੂਗਾ, MAB2 ਕੁੱਲ ਮਿਲਾ ਕੇ ਕੀ ਹੈ, ਬਾਈਡੈਂਟਡ ਹੈ। ਬਾਈਡੈਂਟਡ ਹੈ, 4 ਬਣ ਜਾਣਗੇ, 2 ਦੇ 4 ਬਣ ਗਏ। ਮੰਨ ਲਓ ਮੇਰੇ ਕੋਲੇ ਮੈਟਲ ਦੇ ਨਾਲ 2 ਹੈਗੇ ਨੇ ਬਾਈਡੈਂਟਡ ਵਾਲੇ, ਆਕਸੀਲੇਟ ਆਇਨ ਹੋ ਗਿਆ ਤੇ ਇਥਾਈਲਿਨ ਡਾਈਮਾਈਨ ਹੋ ਗਿਆ। 2 ਕਾਰਬਨ ਦੇ ਨਾਲ 2 NH2 ਗਰੁੱਪ, ਠੀਕ ਹੈ ਜੀ, ਬਾਈਡੈਂਟਡ ਹੋ ਗਿਆ। ਤੇ ਇੱਕ ਮੇਰੇ ਕੋਲੇ COO ਨੈਗੇਟਿਵ, COO ਨੈਗੇਟਿਵ, ਆ ਵੀ ਹੋ ਗਿਆ ਬਾਈਡੈਂਟਡ, ਆ ਵੀ ਬਾਈਡੈਂਟਡ, ਆ ਵੀ ਬਾਈਡੈਂਟਡ। 2 ਇਹਦੇ ਲਾਗੇ, 2 ਇਹਦੇ ਲਾਗੇ, ਟੋਟਲ ਕਿੰਨੇ ਹੋ ਗਏ ਜੀ, 4 ਹੋ ਗਏ ਮੈਟਲ ਦੇ ਨਾਲ ਐਕਟ। ਇਹ AB ਹੈ, ਇਹ ਕੀ ਹੋ ਗਿਆ, ਟਵਾਈਸ ਹੋ ਗਿਆ। 2 ਲੀਗੈਂਟ ਇਹਦੇ ਕੰਬੀਨੇਸ਼ਨ ਕਰਦੇ ਆ, 2 ਇਹਦੇ ਕਰਦੇ ਆ, 4 ਕੁੱਲ ਮਿਲਾ ਕੇ ਇਹਦੇ ਬਾਈਡੈਂਟਡ ਲੀਗੈਂਟ ਦੇ ਨਾਲ ਆਪਾਂ ਇਹਨੂੰ ਯੂਜ਼ ਕਰਾਂਗੇ 2 ਵਾਲੇ। ਠੀਕ ਹੈ ਜੀ, ਤਾਂ ਹੁਣ ਇਹਦੇ ਵਿੱਚ ਜਿਓਮੈਟਰੀ ਕੀ ਬਣੂਗੀ, ਦੇਖੋ ਆਪਣੇ ਕੋਲੇ ਸਿੰਪਲ ਜੀ ਗੱਲ ਹੈ। 4 ਵਾਲੇ ਦੀ ਤੁਹਾਨੂੰ ਮੈਂ ਕੀ ਕਰਾਈ ਹੈ, ਸਕੇਅਰ ਪਲੇਨਰ ਕਰਾਈ ਹੈ। ਹੋ ਸਕਦਾ ਹੈ ਇਹਦਾ ਇੱਥੇ ਕੀ ਲੱਗ ਜੇ, ਆਹ NH2 ਹੈ ਨਾ, ਇੱਧਰ ਲਿਖ ਲਓ, ਚਲੋ C ਹੋ ਗਿਆ, ਇਹਦਾ NH2 ਹੋ ਗਿਆ, ਇਹਦਾ NH2 ਹੋ ਗਿਆ, ਇਹ ਆਪਸ 'ਚ ਆਹ ਬੌਂਡ ਬਣ ਗਏ ਜੀ। ਠੀਕ ਹੈ, ਕਹਿਣ ਦਾ ਭਾਵ ਆਹ ਪੋਜੀਸ਼ਨ ਦੇ ਉੱਤੇ ਆਹ ਵਾਲਾ ਹੈ ਜਿਹਨੇ ਆਹ 2 ਬੌਂਡ ਬਣਾ ਲਏ। ਸਿਮਿਲਰਲੀ ਇਸ ਪੋਜੀਸ਼ਨ ਦੇ ਉੱਪਰ ਕੀ ਹੈ, ਆਹ ਵਾਲਾ ਲਿਖ ਦੇਣਾ ਮੈਂ, COO ਨੈਗੇਟਿਵ, COO ਨੈਗੇਟਿਵ, ਇਹਨੇ ਵੀ ਇੱਥੇ ਬੌਂਡ ਬਣਾ ਲਏ, 4 ਹੋ ਗਏ। ਇਹਨਾਂ ਦੀ ਪੋਜੀਸ਼ਨ ਇਹ ਵੀ ਹੋ ਸਕਦੀ ਹੈ ਕਿ ਇਹ ਦੋਨੋਂ ਇੱਥੇ ਹੋਣ, ਆਹ ਦੋਨੋਂ ਫਿਰ ਉੱਪਰ ਹੋ ਜਾਣਗੇ। 4 ਸਾਈਟਾਂ 'ਤੇ ਕੰਬੀਨੇਸ਼ਨ ਕਰਨੀ ਹੈ ਤੇ ਚਾਰੇ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਇਹ ਜਿਓਮੈਟ੍ਰੀਕਲ ਆਈਸੋਮਰ ਸ਼ੋ ਕਰ ਦੇਣਗੇ। ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਊਗਾ, ਹੈ ਨਾ। ਇਹ ਬਹੁਤ ਘੱਟ ਰੇਅਰ ਆਊਗਾ ਕਿਉਂਕਿ ਇਹਦੇ 'ਚ ਸਿਸ ਟਰਾਂਸ ਦਾ ਸਿਸਟਮ, ਇਹ ਟਰਾਂਸ ਹੀ ਸਿਸ ਹੀ ਰਹਿੰਦੇ ਆ, ਇੱਕ ਪਾਸੇ ਹੀ ਹੋਣਗੇ, ਹੈ ਨਾ, ਜਦ ਤੱਕ ਇਸ ਦੇ ਵਿੱਚ। ਅਗਰ ਅਲੱਗ-ਅਲੱਗ ਨੇ A ਤੇ B ਨੇ, ਅਗਰ ਸੇਮ ਹੋ ਗਿਆ, ਮੰਨ ਲਓ ਇੱਕੋ ਹੀ ਹੋ ਗਿਆ, ਇਹ ਮੈਂ 2 ਕੈਟਾਗਰੀ ਲੈ ਲਈ, ਇੱਥੇ 1 ਲਿਖ ਲਈ, ਬਟ ਮੈਂ ਐਗਜ਼ਾਮਪਲ 2 ਦੀ ਲੈ ਕੇ ਦੱਸਦਾ। A B ਨੇਗੇ, ਅਲੱਗ-ਅਲੱਗ ਨੇ, ਫਿਰ ਤਾਂ 2 ਤੇ 2 4 ਹੋ ਗਿਆ। ਅਗਰ ਇੱਕ ਹੀ ਆ ਗਿਆ, ਉਹ 2 ਹੋ ਗਏ। ਇੱਥੇ ਗੱਲ B ਹੈ ਹੀ ਨਹੀਂ, A ਡਬਲ ਹੈ। A ਕੀ ਹੈ, ਬਾਈਡੈਂਟਡ ਹੈ, A ਬਾਈਡੈਂਟਡ ਹੈ ਤੇ ਡਬਲ ਹੈ। ਅਗਰ ਉਹਦੀ ਮੈਂ ਯੂਜ਼ ਕਰਦਾ ਗੱਲ ਨੂੰ ਤਾਂ ਕੀ ਹੋਊਗਾ ਇੱਥੇ ਆਪਣਾ ਓਵਰਆਲ। ਇਹਦੇ ਕੇਸ ਦੇ ਵਿੱਚ ਮੰਨ ਲਓ ਦੋਨੇ ਆਹੀ ਚੀਜ਼ਾਂ ਨੇ, ਤਾਂ ਆਪਣੇ ਕੋਲ ਕੀ ਬਣ ਜਾਊਗਾ, ਲੈਟ ਮੈਟਲ ਹੋ ਗਈ, ਇਹ 4 ਪੋਜੀਸ਼ਨ ਹੋ ਗਈਆਂ। ਹੋ ਸਕਦਾ ਹੈ ਉਹ ਯੂਜ਼ ਕਰ ਲੈਣ ਆਹ ਵਾਲਾ, ਉਹ ਆਹ ਵਾਲਾ, ਹੋ ਸਕਦਾ ਉਹ ਆਹ ਵਾਲਾ ਤੇ ਆਹ ਵਾਲਾ। ਅਗਰ ਸੇਮ ਹੋਇਆ ਤਾਂ ਟਰਾਂਸ ਹੀ ਰਹੂਗਾ, ਉਹ ਕੋਈ ਮਰਜ਼ੀ ਪੋਜੀਸ਼ਨ ਯੂਜ਼ ਕਰ ਲੈਣ, ਕਿਉਂਕਿ ਜਿਓਮੈਟ੍ਰੀਕਲ ਆਈਸੋਮਰ 4 ਵਾਲੇ ਦੇ ਕੇਸ 'ਚ ਬਾਈਡੈਂਟਡ ਦੇ ਵਿੱਚ ਜ਼ਿਆਦਾਤਰ ਕੇਸਿਸ ਦੇ ਵਿੱਚ ਅਗਰ ਸੇਮ ਆਇਆ, ਉਹੀ 2 ਟਾਈਮ ਹੈ ਤਾਂ ਟਰਾਂਸ ਬਣ ਜਾਂਦਾ, ਅਲੱਗ-ਅਲੱਗ ਨਹੀਂ ਤਾਂ ਉਹ ਸਿਸ ਬਣ ਜਾਂਦਾ। ਹੋਰ ਇਹਦੇ 'ਚ ਕੋਈ ਵੀ ਫਰਕ ਨਹੀਂ ਪੈਂਦਾ। ਕਲੀਅਰ ਹੈ ਜੀ, ਹੋਪ ਕੇ ਸਮਝ ਆ ਗਿਆ ਹੋਊਗਾ। ਨੈਕਸਟ 6 ਵਾਲੇ ਦੀ ਗੱਲ ਕਰਦੇ ਹਾਂ, ਇਹਦੇ 'ਚ ਥੋੜ੍ਹਾ ਜਿਹਾ ਇੰਟਰਸਟਿੰਗ ਹੈ, ਡਿਫਰੈਂਟ ਆ ਸਕਦੇ ਨੇਗੇ। 6 ਵਾਲੇ ਦੇ ਕੇਸ ਦੇ ਵਿੱਚ, 6 ਲੀਗੈਂਡ ਦੇ ਕੇਸ ਦੇ ਵਿੱਚ ਆਪਣੇ ਕੋਲ ਕੀ ਆਉਂਦਾ ਹੈਗਾ, ਇਹਨੂੰ ਧਿਆਨ ਨਾਲ ਸਮਝਿਓ। ਮੇਰੇ ਕੋਲ A4X2, A2X4, A4XY,
ਹੁਣ 4 ਇੱਕ ਕੈਟਾਗਰੀ ਦੇ ਨੇ, ਇੱਕ ਅਲੱਗ ਕੈਟਾਗਰੀ ਦਾ। ਪਹਿਲਾਂ ਮੈਂ ਇਹੀ ਸਮਝਾਉਣਾ ਹੈ। ਮੈਟਲ A4X2 ਆ ਹੋ ਗਿਆ। ਹੁਣ ਇਹਦੇ ਵਿੱਚ ਲਾਟੇ ਦੀ ਐਗਜ਼ਾਮਪਲ ਲੈ ਲਈ, ਮੈਟਲ ਦੇ ਨਾਲ 4 ਕਲੋਰੀਨ ਨੇ, ਗੱਲ ਖਤਮ। 2 ਬਰੋਮੀਨ ਆ ਗਏ, 6 ਵਾਲੇ ਹੋ ਗਏ। 4 ਕਲੋਰੀਨ 2 ਬਰੋਮੀਨ। ਹੁਣ ਜਿਓਮੈਟਰੀ ਇਹਨਾਂ ਦੀ ਬਣਨੀ ਹੈ ਆਹ ਵਾਲੀ, ਜਿਓਮੈਟਰੀ ਬਣਨੀ ਆਹ ਵਾਲੀ। ਹੁਣ ਹੋ ਸਕਦਾ ਕਲੋਰੀਨ ਇੱਥੇ ਪਏ ਹੋਣ, ਬਰੋਮੀਨ ਜਿਹੜੇ ਹੈਗੇ ਨੇ ਅਬਵ ਐਂਡ ਬਿਲੋ ਆਹ ਹੋਣ। ਦੂਸਰਾ ਕੇਸ ਇਹਦਾ 6 ਵਾਲੇ ਦਾ ਕੀ ਬਣ ਸਕਦਾ ਹੈ, ਮੈਟਲ ਸੈਂਟਰ 'ਚ ਇੱਥੇ ਕਲੋਰੀਨ ਆ ਜੇ, ਇੱਥੇ ਬਰੋਮੀਨ ਆ ਜੇ। ਬਾਕੀ ਜਿਹੜੀਆਂ 4 ਪੋਜੀਸ਼ਨ ਨੇਗੀਆਂ, ਕਲੋਰੀਨ, ਬਰੋਮੀਨ, ਕਲੋਰੀਨ, ਕਲੋਰੀਨ, 4 ਕਲੋਰੀਨ ਪੂਰੇ ਹੋ ਗਏ, 2 ਬਰੋਮੀਨ। ਬੜੇ ਆਸਾਨ ਨੇ ਇਹ, 4 ਵਾਲੇ ਨਾਲੋਂ ਵੀ ਆਸਾਨ ਨੇ। ਇਹਦੇ 'ਚ ਤੁਸੀਂ ਕਾਰਨਰ ਤਾਂ ਦੇਖਣਾ ਹੀ ਨਹੀਂ, ਸਿਰਫ ਅਬਵ ਐਂਡ ਬਿਲੋ ਦੇਖਣਾ। ਅਬਵ ਐਂਡ ਬਿਲੋ ਅਗਰ ਸੇਮ ਆ ਗਿਆ ਤਾਂ ਟਰਾਂਸ ਕਹਿ ਦਾਂਗੇ, ਸੇਮ ਨਹੀਂ ਹੈਗਾ ਤਾਂ ਉਹ ਸਿਸ ਬਣ ਜਾਊਗਾ ਜੀ। ਅਬਵ ਐਂਡ ਬਿਲੋ ਹੀ ਦੇਖਣਾ, ਹੋਰ ਆਪਾਂ ਕੋਈ ਨਹੀਂ ਦੇਖਣਾ। ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਊਗਾ ਆਹ ਵਾਲੀ ਕੈਟਾਗਰੀ। ਨੈਕਸਟ Ma2X4, ਇਹ ਵੀ ਸੇਮ ਹੀ ਹੈ। ਇੱਥੇ A4 ਸੀ, ਦੂਜੇ 2 ਸੀ, ਇੱਥੇ A2 ਹੈ, ਦੂਸਰਾ 4 ਹੈ, ਤਾਂ ਸੇਮ ਹੀ ਰਹਿ ਗਈ। ਹੋਪ ਕਿ ਵੀ ਸਮਝ ਆ ਗਈ ਹੋਊਗੀ। A4XY ਦੇ ਵਿੱਚ ਕੈਟਾਗਰੀ ਮੈਂ ਦੱਸ ਦਿੰਦਾ ਤੁਹਾਨੂੰ। A4XY ਦੇ ਵਿੱਚ ਲੈਟ ਮੈਟਲ ਹੈਗੀ ਹੈ, ਕਲੋਰੀਨ 4 ਨੇ, ਨਾਲ ਬਰੋਮੀਨ ਹੈ, ਨਾਲ ਆਇਓਡੀਨ ਹੈ। ਲਓ ਜੀ, A4XY ਹੋ ਗਿਆ, ਅਲੱਗ ਅਲੱਗ ਹੋ ਗਏ। ਹੁਣ ਇਹਨਾਂ ਦੇ ਵਿੱਚ ਫਿਰ ਉਹੀ ਆਪਾਂ ਕੀ ਦੇਖਣਾ ਹੈ, ਲਓ ਜੀ, ਮੈਟਲ ਹੈ ਅਬਵ ਐਂਡ ਬਿਲੋ, ਲੈਟ ਇੱਥੇ ਬਰੋਮੀਨ ਆ ਗਿਆ, ਇੱਥੇ ਆਇਓਡੀਨ ਆ ਗਿਆ, ਬਾਕੀ ਸਾਰੇ ਕਲੋਰੀਨ ਆ ਗਏ। ਸ਼ਾਰਟਕਟ ਦੱਸ ਰਹੇ, ਬੁੱਕ ਦੇ ਵਿੱਚ ਬਹੁਤ ਲੰਬਾ ਚੌੜਾ ਘੁਮਾ ਕੇ ਲਿਖਿਆ ਹੋਇਆ, ਇਹਦਾ ਸਾਰੇ ਦਾ ਨਿਚੋੜ, ਜਿਵੇਂ ਕਹਿੰਦੇ ਗਾਗਰ 'ਚ ਸਾਗਰ, ਉੱਦਾਂ ਦੱਸ ਰਿਹਾ। ਸਿਰਫ ਤੁਸੀਂ ਇਸ ਪੁਆਇੰਟ ਨੂੰ ਜਿਹੜਾ ਹੈਗਾ ਯਾਦ ਰੱਖਣਾ ਹੈ, ਜਿਹਦੇ ਨਾਲ ਕੰਪੀਟੀਸ਼ਨ ਦੇ ਵਿੱਚ ਇਸ ਬੇਸ ਦੇ ਉੱਤੇ 2 ਜਾਂ 3 ਕੁਐਸਚਨ ਹਰ ਸਾਲ 3-3 ਨੰਬਰ ਦੇ, 4-4 ਨੰਬਰ ਦੇ ਜਿਹੜੇ ਆਉਂਦੇ ਹੀ ਆਉਂਦੇ ਨੇ MCQ ਕੰਪੀਟੀਸ਼ਨ ਦੇ ਵਿੱਚ, ਤਾਂ ਈਜ਼ੀਲੀ ਤੁਸੀਂ ਆਨਸਰ ਦੇ ਸਕਦੇ ਹੋ। ਸਿਰਫ ਆਹ ਗੱਲਾਂ ਤੁਹਾਡੇ ਯਾਦ ਨੇ, ਥਿਊਰੀ ਦੇ ਵਿੱਚ ਵੀ ਆਰਾਮ ਨਾਲ ਹੋ ਜਾਂਦਾ ਹੈ। ਹੁਣ ਫਿਰ ਆਪਾਂ ਕੁਛ ਲੈਣਾ ਦੇਣਾ ਨਹੀਂ, ਕੌਣ ਲੀਗੈਂਡ ਕਿਹੜੇ ਨੇ, ਮੈਨੂੰ ਕੋਈ ਲੈਣਾ ਦੇਣਾ ਨਹੀਂ। ਮੈਂ ਤਾਂ ਸਿਰਫ ਕੀ ਦੇਖਣੇ ਆ, ਆਹ ਵਾਲੇ ਸੇਮ ਨਹੀਂ ਹੈਗੇ ਜੀ। ਇਹ ਕਿਹੜਾ ਹੋ ਗਿਆ, ਸਿਸ ਹੋ ਗਿਆ। ਅਗਰ ਇਹ ਸੇਮ ਹੋ ਗਏ, ਸੇਮ ਕਿਵੇਂ ਹੋਣਗੇ, ਸਿਰਫ ਕਲੋਰੀਨ ਦੇ ਨਾਲ ਹੀ ਸੇਮ ਹੋਣਗੇ, ਹੋਰ ਕਿਸੇ ਨਾਲ ਹੋ ਹੀ ਨਹੀਂ ਸਕਦੇ। ਬਰੋਮੀਨ ਇੱਧਰ ਆ ਗਿਆ, ਆਇਓਡੀਨ ਆ, ਕਲੋਰੀਨ ਹੈ, ਕਲੋਰੀਨ। ਲਓ ਜੀ, ਕੀ ਬਣ ਗਿਆ ਇਹ, ਟਰਾਂਸ ਆਈਸੋਮਰ ਬਣ ਗਿਆ। ਇਹ ਕੀ ਬਣ ਗਿਆ ਜੀ, ਟਰਾਂਸ। ਤਾਂ 6 ਵਾਲੇ ਦੇ ਕੇਸ ਦੇ ਵਿੱਚ ਆ ਹੋ ਗਿਆ। 6 ਵਾਲੇ ਦੇ ਕੇਸ 'ਚ ਇੱਕ ਅਲੱਗ ਵੀ ਇਹਦੇ 'ਚ ਆਉਂਦਾ 3-3 ਦਾ ਪੇਅਰ, ਮੈਟਲ ਦੇ ਨਾਲ A ਵੀ 3 ਨੇ, B ਵੀ 3 ਨੇ, 3-3 ਦਾ ਪੇਅਰ ਆ ਜਾਂਦਾ। ਇੱਥੇ ਥੋੜ੍ਹਾ ਜਿਹਾ ਧਿਆਨ ਰੱਖਣਾ ਪੈਣਾ, ਇੱਥੇ ਸਿਸ ਤੇ ਟਰਾਂਸ ਦਾ ਨਾਮ ਨਹੀਂ ਆਉਂਦਾ। ਮੰਨ ਲਓ ਮੇਰੇ ਕੋਲੇ ਮੈਟਲ ਦੇ ਨਾਲ 3 ਕਲੋਰੀਨ ਆ ਗਏ, 3 ਬਰੋਮੀਨ ਆ ਗਏ, ਹੋ ਗਿਆ 6 ਪੂਰਾ। ਹੁਣ ਇਹਨਾਂ ਦੀਆਂ ਸਟਰਕਚਰਸ 2 ਬਣ ਸਕਦੀਆਂ ਨੇ। ਮੈਟਲ ਹੈ, ਲੈਟ 2, 6 ਹੋ ਗਏ। ਮੈਟਲ ਹੈ ਸੈਂਟਰ ਦੇ ਵਿੱਚ, ਇਹ ਹੋ ਗਏ। ਹੁਣ ਇਹਦੇ 'ਚ ਸਟਰਕਚਰ ਕਿਵੇਂ ਬਣ ਸਕਦੀਆਂ ਨੇ, ਕਲੋਰੀਨ 3 ਜਿਹੜੇ ਹੈਗੇ ਨੇ, ਲੈਟ ਕਲੋਰੀਨ ਤਿੰਨੋਂ ਇੱਦਾਂ ਆ ਗਏ, ਇੱਕ ਸਾਈਡ 'ਤੇ ਆ ਗਿਆ, ਬਰੋਮੀਨ ਆ ਗਿਆ। ਦੂਸਰਾ ਕੇਸ ਕੀ ਬਣ ਸਕਦਾ ਹੈ, ਕਲੋਰੀਨ ਆ ਗਏ, ਬਰੋਮੀਨ ਇੱਦਾਂ ਆ ਗਿਆ। ਕਹਿਣ ਦਾ ਭਾਵ ਤਿੰਨੋਂ ਇੱਕ ਸਾਈਡ 'ਤੇ, ਤਿੰਨੋਂ ਇੱਕ ਸਾਈਡ 'ਤੇ ਡਾਇਗਨਲੀ। ਦੂਸਰਾ ਕੇਸ ਦੇ ਵਿੱਚ ਤਿੰਨੋਂ ਸਕੁਏਅਰ ਦੇ ਵਿੱਚ, ਤਿੰਨ ਜਿਹੜੇ ਹੈਗੇ ਨੇ, ਇੱਕ ਸਕੁਏਅਰ ਬੱਚਾ, ਕਾਰਨਰ ਬੱਚਾ ਉੱਥੇ ਆ ਗਿਆ, 2। ਇੱਥੇ ਵੀ ਤੁਸੀਂ ਕੀ ਦੱਸਣਾ, ਸ਼ਾਰਟਕਟ ਦੱਸਦਾ। ਇਹ 'ਚ ਸਿਸ ਟਰਾਂਸ ਨਹੀਂ ਆਉਂਦਾ, ਬਟ ਆਪਾਂ ਸਿਸ ਟਰਾਂਸ ਦੇ ਨਾਲ ਇਹਨੂੰ ਕੋਰਿਲੇਟ ਕਰਦਾ। ਆਹ ਕਿਹੜਾ ਬਣਿਆ, ਟਰਾਂਸ ਬਣਿਆ, T ਲਿਖ ਲਓ। ਆਹ ਕਿਹੜਾ ਬਣਿਆ, ਸਿਸ ਲਿਖ ਲਓ, C ਲਿਖ ਲਓ। ਪਰ ਇਹਨਾਂ ਦਾ ਨਾਮ ਸਿਸ ਤੇ ਟਰਾਂਸ ਨਹੀਂ ਹੈਗਾ। ਬ੍ਰੇਨ 'ਚ ਲਿਖਣਾ ਤੁਸੀਂ T ਲਿਖ ਲਿਆ, T ਟਰਾਂਸ, ਟਰਾਂਸ ਵਾਲਾ ਜਿਹੜਾ ਹੁੰਦਾ ਮਰ ਆਈਸੋਮਰ ਹੁੰਦਾ, MER। ਇਹਦਾ ਨਾਮ ਕੀ ਹੈ, ਮਰ ਆਈਸੋਮਰ। ਯਾਦ ਰੱਖਣ ਦਾ ਤਰੀਕਾ, ਟਰਾਂਸ ਜਦੋਂ ਤੁਸੀਂ ਲੱਭ ਲਿਆ, ਆਪਾਂ ਕੀ ਦੇਖਣਾ ਹੁੰਦਾ, ਅਬਵ ਐਂਡ ਬਿਲੋ।
सेम ने 6 वाले केस 'ਚ ਤਾਂ ਆਈਸੋਮਰ ਜਿਓਮੈਟ੍ਰੀਕਲ ਬੜੇ ਆਸਾਨ ਨਹੀਂ ਲੱਭਣੇ। अब मैंने बिलो देखो सेम है ठीक है जी। ट्रांस है मन च आ गया 3 का पेयर है तो ट्रांस का नाम हो नहीं सकता। ट्रांसफार्मर याद रखना होगी तो मर आइसोमर है। ट्रांसफार्मर ट्रांस तो ट्रांसफार्मर याद रख लिया। मर आइसोमर होगा है। अगर ट्रांस नहीं है सिस है उन्होंने FAC कह देंगे। FAC आइसोमर तो इन्हों के नाम मर तो FAC इन्हों के नाम ने गे 3 के पेयर के ये याद रखना। ठीक है जी। होप के तुहानूं समझ आ गया होगा। उस तो बाद ये मैं बाईडेंटेंट वाले की गल करदा कि बाईडेंटेंट वाली मैटल के नाल ए जिहड़ा हैगा ए है बाईडेंटेंट है। 2 इन्हें यूज़ कर ले 4 हो गए ना। ये एक क्लोरीन एक ब्रोमीन है। लो जी 6 हो गया पूरा 1 2 ठीक है। आ बाईडेंटेंट है तो 2 मिल के 4 पोजीशन ऑक्यूपाई कर लिया टोटल 6 पोजीशन हो गई। अगर बाईडेंटेंट आ जाता 6 वाले तो ये केस बनते हैं फिर वही ये जोड़ा है बाई 4 वाले फिर कोरलेट करना बाईडेंटेंट के कोई जोमैट्रिकल आइसोमर आपको शो नहीं हो सकते। या ट्रांस होगा या सिस होगा। जो सेम आ गया तो ट्रांस होगा अलग अलग है तो सिस बन जाता। इस केस दे विच जिहड़े हैगे ने ये काफ़ी इंटरस्टिंग स्टडी हो जाती आ। बाईडेंटेड की मैं किद्दां पोजीशन दूँगा ध्यान नाल समझियो किहड़े बन गए। हुण एक केस है लैट वो बाईडेंटेड ए तो ए लिख देना उन्हें आ चीज़ां 2 चीज़ां यूज़ कर ली। एक आ पोजीशन कर ली एक उन्हें आ पोजीशन कर ली 2 पोजीशन कर ली। दूसरी तरफ दूजा बाईडेंटेड ने आ पोजीशन शो कर यूज़ कर लिया। लो जी इत्थे की रह गया क्लोरीन ते ब्रोमीन हो गया पूरा जी। दूसरा केस की बनता है दूसरा केस की बनता है जिहड़ा हैगा क्लोरीन ब्रोमीन इत्थे आ जान आ दोनों पोजीशनां बाईडेंटेड ने ए लिख देना मैं ए बाईडेंटेड ने दोनों यूज़ कर लिया। ठीक है आ केस बन सकते हैं बाईडेंटेड के। हुण इस केस दे विच आपां इहनूं ट्रांस का नाम दे सकते हैं। इस केस दे विच ये सिस का नाम है क्योंकि आ डायगनली लगभग सेम ने। आ इधर चले गए आप अब मैंने बिलो देखना तो सिस है तो किहड़ा बन गया ट्रांस बन गया। कहने का भाव हैक्सा दे विच बाईडेंटेड आ गए तो पोजीशनां शो कर दिंदा है। होप कि तुहानूं ज्योमैट्रिकल आइसोमर जिहड़े हैगे ने वो 4 वाले ते 6 वाले समझ आ गए होंगे। ठीक है जी। नैक्सट गल करते हैं ज्योमैट्रिकल आइसोमर दे विच जिहड़े पहले सी स्टीरियो आइसोमर 4 ते 6 वाले उस तो बाद ज्योमैट्रिकल आइसोमर दे विच एक कैटेगरी होर आ जाती है। सैकेंड वन लिख लो स्टीरियो आइसोमर दे विच सॉरी स्ट्रक्चरल तो स्टीरियो 2 सीगे। स्ट्रक्चरल 4 कैटेगरी मैं तुहानूं दसती सी जिहदे च आयोनाइजेशन लिंकेज है ना तो ये आइसोमर आपां स्टडी कीती सीगी कोआर्डीनेशन आइसोमर। दूसरी कैटेगरी सी ज्योमैट्रिकल दे विच स्टीरियो आइसोमर आए सी। स्टीरियो आइसोमर 2 कैटेगरी के मैं तुहानूं दसते 4 वाले तो 6 वाले। होप के तुहानूं समझ आ गए होणगे शॉर्टकट। सैकेंड कैटेगरी ज्योमैट्रिकल की पहली स्टीरियो सी सैकेंड कैटेगरी हैगी है ऑप्टिकल आइसोमर। ये भी एक शॉर्टकट देऊँगा बुक दे विच तां बहुत लंबा चौड़ा है। लिख लो हैडिंग ऑप्टिकल आइसोमर। ऑप्टिकल आइसोमर दे लई पहला थोड़ी जी थ्योरी लिख लो। ऑप्टिकल आइसोमर की हैगा वैन जे आपां सबसटांस की गल करते हैं वैन ए प्लेन पोलराइज्ड लाइट पास थ्रू ए मटीरियल किसी मटीरियल जो पास करते हैं अगर वो मटीरियल उस लाइट नूं थोड़ा जिहा डेविएट कर दे तो ऑप्टिकल एक्टिव सबसटांस होगा। मान लो मेरे को मटीरियल पे सिंपल जी एग्जांपल देना एक प्लेन पोलराइज्ड लाइट है ये जो पास कर रहे हैं तो सीधी निकल गई फिर तो यह ऑप्टिकली इनएक्टिव मटीरियल है। जे थोड़ी जी डेविएट हो गई थोड़ी जी डेविएट करती इस मटीरियल ने तो ऑप्टिकली एक्टिव हो जाएगा। जे डेविएट नहीं करती ऑप्टिकली इनएक्टिव है। जे डेविएट करती तो ऑप्टिकली एक्टिव है। डेविएशन 2 टाइप की हो सकती है लेफ्ट साइड कर सकता है राइट। लैफ्ट साइड करती तो यह मटीरियल लैवो रोटेटरी है। राइट साइड करती उन्हें तो यह डैक्सट्रो रोटेटरी है। अगर 50% लैफ्ट कुछ मटीरियल होणगे हुण इहदे विच कुछ मटीरियल होणगे जिहड़े 50% मान ला इक्को ही टाइप के मटीरियल कुछ मॉलीक्यूल उन्होंने 50% लैफ्ट कर देंगे कुछ किहड़े कर देंगे उन्होंने राइट कर देंगे तो इक्वल मिक्सचर बन जाऊगा जिन्होंने रैसमिक मिक्सचर कहते हैं। इक्वल क्वांटिटी ऑफ लैवो एज वैल एज डैक्सट्रोरोटेटरी सबसटांस
ਉਹ ਕੀ ਬਣ ਜਾਂਦੇ ਨੇ, ਉਹ ਬਣ ਜਾਂਦੇ ਨੇ ਰੈਸਮਿਕ ਮਿਕਸਚਰ। ਹਾਂਜੀ, ਆਪਟੀਕਲ ਐਕਟੀਵਿਟੀ ਦਾ ਇੱਕ ਫਿਨੋਮੇਨਾ ਹੈ ਵਨ ਇਹ ਪਲੇਨ ਪੋਲਰਾਈਜ਼ ਲਾਈਟ ਇਜ਼ ਪਾਸ ਥਰੂ ਏ ਸਬਸਟਾਂਸ, ਹਾਂ ਇਹ ਪਾਸ ਥਰੂ ਏ ਸਬਸਟਾਂਸ and substance rotate the path of light, change the path of light, then substance will known as optically active substance. If it deviated towards the right hand side then known as dextrorotatory, otherwise left side ਦੇ ਕੇਸ ਤੇ levorotatory ਕਵਾਂਗੇ ਆਪਾਂ। if equal mixture is formed, ਬ੍ਰੈਕਟ 'ਚ ਲਿਖ ਲਓ ਲੈਵੋ ਤੇ ਡੈਕਸਟਰੋ ਦਾ, then substance will known as, ਜਾਂ ਇਹ ਕਹੋਗੇ ਤੁਸੀਂ ਮਿਕਸਚਰ ਨੋਨ ਐਜ਼ ਰੈਸਮਿਕ ਮਿਕਸਚਰ। ਠੀਕ ਹੈ ਜੀ। ਤਾਂ ਹੁਣ ਇਹਦੇ 'ਚ ਜਿਹੜੇ ਆਪਟੀਕਲੀ ਐਕਟਿਵ ਸਬਸਟਾਂਸ ਹੋਣਗੇ, ਠੀਕ ਹੈ, ਆਪਟੀਕਲੀ ਐਕਟਿਵ ਸਬਸਟਾਂਸ ਹੋਣਗੇ, ਇਹ ਤੁਹਾਨੂੰ ਇਹਦੇ ਨੂੰ ਸ਼ਾਰਟਕਟ ਦਿੰਦਾ ਮੈਂ ਬਿਲਕੁਲ। ਜਿਓਮੈਟਰੀਕਲ ਆਈਸੋਮਰ ਦੇ ਵਿੱਚ ਜਿੰਨੇ ਵੀ ਅਗਰ ਬਾਈਡੈਂਟਡ ਤੁਹਾਨੂੰ ਦਿਖਾਈ ਦੇਗਾ, ਤੁਹਾਡੇ ਸਿਲੇਬਸ 'ਚ ਮੈਕਸਿਮਮ ਬਾਈਡੈਂਟਡ ਹੈ। ਅਗਰ ਕਿਸੇ ਮੋਲੀਕੂਲ ਤੁਹਾਨੂੰ ਬਾਈਡੈਂਟਡ ਦਿਖ ਗਿਆ ਵੀ ਹਾਂ ਵੀ ਇਹਦੇ ਕੋਲੇ ਭਾਈ ਬਾਈਡੈਂਟਡ ਪਿਆ ਹੈਗਾ, ਉਹ ਵਾਲਾ ਹਮੇਸ਼ਾ ਆਪਟੀਕਲੀ ਐਕਟਿਵ ਹੋਊਗਾ ਹੀ ਹੋਊਗਾ। ਆਪਟੀਕਲੀ ਐਕਟਿਵ ਹੋਊਗਾ ਤਾਂ ਆਪਟੀਕਲ ਆਈਸੋਮਰ ਵੀ ਸ਼ੋ ਕਰੂਗਾ। ਸਿਰਫ ਇੰਨਾ ਹੀ ਯਾਦ ਰੱਖਣਾ ਸੀ। ਆਪਟੀਕਲ ਆਈਸੋਮਰਿਜ਼ਮ ਹੁੰਦੀ ਕੀ ਹੈ ਤੁਹਾਨੂੰ ਕਲੀਅਰ ਹੋ ਗਈ, ਥਿਊਰੀ ਲਿਖ ਲਿਓ, ਇਹ ਥੋੜ੍ਹੀ ਜਿਹੀ ਲਿਖ ਦੇਣੀ ਅਗਰ ਐਗਜ਼ਾਮ 'ਚ ਆ ਜਾਂਦਾ। ਉਸ ਤੋਂ ਬਾਅਦ ਉਹ ਦੱਸਣਗੇ ਵੀ ਕੁਐਸਚਨ ਆਊਗੇ ਆਪਟੀਕਲੀ ਐਕਟਿਵ ਸਬਸਟਾਂਸ ਜਾਂ ਆਪਟੀਕਲੀ ਇਹ ਆਈਸੋਮਰ ਸ਼ੋ ਕਰੂਗਾ ਜਾਂ ਨਹੀਂ ਕਰੂਗਾ। ਉਹਦੇ ਲਈ ਸ਼ਾਰਟਕਟ ਇਹ ਦੱਸਦਾ, ਜੇ ਤੁਹਾਡੇ ਕੋਲੇ ਬਾਈਡੈਂਟਡ ਪਿਆ ਹੈ ਤਾਂ 99.9% ਕੇਸਿਸ ਦੇ ਵਿੱਚ ਉਹ ਆਪਟੀਕਲੀ ਐਕਟਿਵ ਹੋਊਗਾ, ਲਾਈਟ ਨੂੰ ਰੋਟੇਟ ਕਰੂਗਾ, ਤਾਂ ਉਹ ਆਪਟੀਕਲ ਆਈਸੋਮਰ ਸ਼ੋ ਕਰੂਗਾ। ਠੀਕ ਹੈ ਜੀ। ਹੋਪ ਕਿ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਊਗਾ। ਤਾਂ ਮੈਕਸੀਮਮ ਕੁਐਸਚਨ ਜਿਹੜੇ ਇਹ 'ਚੋਂ ਬਣਦੇ ਨੇ ਨੰਬਰ ਆਫ ਜਿਓਮੈਟਰੀਕਲ ਆਈਸੋਮਰ ਦੇ ਬਣਦੇ ਆ। ਜਿਓਮੈਟਰੀਕਲ ਆਈਸੋਮਰ ਦੇ ਨੰਬਰ ਜਦੋਂ ਤੁਸੀਂ ਜਿਓਮੈਟਰੀਕਲ ਆਈਸੋਮਰ ਆ ਗਿਆ ਉਹ ਤਾਂ ਤੁਸੀਂ ਫਾਈਂਡ ਕਰ ਹੀ ਸਕਦੇ ਹੋ, ਜਿਹਦੇ ਵਿੱਚ ਸਟੀਰੀਓ ਆ ਜਾਊਗਾ 3 ਵਾਲਾ, 4 ਵਾਲਾ ਆ ਗਿਆ ਜਾਂ 6 ਵਾਲਾ, ਉਹ ਤੁਸੀਂ ਦੱਸ ਸਕਦੇ ਹੋ ਵੀ 2 ਬਣਨਗੇ ਭਾਈ, ਬਣਨਗੇ ਜਾਂ ਨਹੀਂ ਬਣਨਗੇ। ਪਲੱਸ ਉਸੇ ਦੇ ਵਿੱਚ ਤੁਸੀਂ ਆਪਟੀਕਲ ਵੀ ਐਡ ਕਰਕੇ ਦੱਸੋਗੇ। ਅਗਰ ਉਹ ਬਣਦਾ ਹੈ ਬਾਈਡੈਂਟਡ ਹੈਗਾ ਤਾਂ ਬਣੂਗਾ, ਤਾਂ ਉਹ ਵਿੱਚ ਐਡ ਹੋ ਜਾਊਗਾ ਆਈਸੋਮਰ ਵੀ ਹਾਂਜੀ ਆਪਟੀਕਲ ਵੀ ਬਣੂਗਾ, 1 ਆਪਟੀਕਲ ਬਣੂਗਾ, ਇੰਨੇ ਜਿਓਮੈਟਰੀਕਲ ਬਣਨਗੇ, ਤੇ ਅਦਰਵਾਈਜ਼ ਨੋ। ਉਹਦੇ ਲਈ ਸ਼ਾਰਟਕਟ ਤੁਹਾਨੂੰ ਦੱਸਤਾ, ਬਾਈਡੈਂਟਡ ਚਾਹੀਦਾ। ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਊਗਾ। ਅੱਜ ਲਈ ਇੰਨਾ ਕਾਫੀ ਹੈ, ਮਿਲਦੇ ਹਾਂ ਨੈਕਸਟ ਟਾਈਮ।